ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹੱਲਾ ਪੰਜਵਾ। ਮਾਈ ਮਾਇਆ ਛਲ ਤ੍ਰੈਣ ਕੀ ਅਗਨ ਮੇਘ ਕੀ ਛਾਇਆ। ਗੋਬਿੰਦ ਭਜਨ ਬਿਨ ਹੜ ਕਾ ਜਲ। ਟੋਡੀ ਰਾਗ ਹੈ ਤੇ ਸਤਿਗੁਰੂ ਮਹਾਰਾਜ ਜੀ 26ਵਾਂ ਸ਼ਬਦ ਆਰੰਭ ਕਰਦੇ ਨੇ ਟੋਡੀ ਰਾਗ ਦੇ ਅੰਦਰ 717 ਅੰਗ ਦੇ ਉੱਪਰ। ਤੇ ਇਸ ਸੰਸਾਰ ਦੀ ਕੁਝ ਕਿਰਿਆ ਨੂੰ ਸਤਿਗੁਰੂ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਬਿਆਨ ਕਰਦੇ ਨੇ। ਜਿਹੜੀ ਸੱਚਾਈ ਹੈ, ਜਿਹੜੀ ਹਕੀਕਤ ਹੈ, ਸਾਨੂੰ ਸਤਿਗੁਰੂ ਮਹਾਰਾਜ ਜੀ ਉਹ ਦਿਖਾਉਣੀ ਚਾਹੁੰਦੇ ਨੇ। ਪਰ ਅਸੀਂ ਕੁਝ ਹੋਰ ਢਾਂਚੇ ਦੇ ਵਿੱਚ ਫਸੇ ਹੋਏ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੀ ਅਸੀਂ ਸੰਸਾਰ ਦੀ ਜਿੰਨੀ ਵੀ ਪਾਰਾਵਾਰ ਦੀ ਪ੍ਰਕਿਰਤੀ ਹੈ, ਇਹਨੂੰ ਜੋ ਅਸੀਂ ਆਪਣੇ ਮਨਾਂ ਦੇ ਵਿੱਚ ਜਾਣਦੇ ਹਾਂ, ਉਹ ਕੁਝ ਨਹੀਂ ਹੈ। ਜੋ ਸਤਿਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਹੈ ਉਹੀ ਹੈ। ਸਾਡੀ ਦ੍ਰਿਸ਼ਟੀ ਕੁਝ ਹੋਰ ਹੈ। ਪਰ ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਦੇ ਵਿੱਚ ਜੋ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਬਿਆਨ ਕਰਦੇ ਨੇ। ਕੀ ਬਿਆਨ ਕਰਦੇ ਨੇ? ਮਹਾਰਾਜ ਕਹਿੰਦੇ ਮਾਈ ਮਾਇਆ ਛਲ। ਹੇ ਗੁਰਮੁਖ ਪਿਆਰਿਓ, ਮਹਾਤਮਾ ਜਨੋ, ਸੰਤ ਜਨੋ, ਇਹ ਮਾਈ ਮਾਇਆ ਛਲ, ਮਾਇਆ ਦਾ ਬਹੁਤ ਵੱਡਾ ਛਲਾਵਾ। ਮਾਇਆ ਦਾ ਸਾਰਾ ਪਸਾਰਾ ਹੈ ਹੀ ਮਾਇਆ ਦਾ। ਇਹ ਸਾਧ ਸਾਂਝੀ ਮਾਇਆ ਨੂੰ ਵਿਦਵਾਨਾਂ ਨੇ ਅਨਰਵਚਨੀ ਕਰਕੇ ਕਿਹਾ ਕਿ ਨਾ ਤਾਂ ਇਹ ਸੱਤ ਹੈ ਨਾ ਅਸੱਤ ਹੈ। ਸੱਤ ਅਤੇ ਅਸੱਤ। ਅਸੱਤ ਕਹਿੰਦੇ ਨੇ ਜਿਹੜਾ ਝੂਠਾ ਹੋਵੇ, ਸੱਚ ਹੁੰਦਾ ਜਿਹੜਾ ਸੱਚਾ ਹੋਵੇ। ਨਾ ਸੱਤ ਹੈ ਨਾ ਅਸੱਤ ਹੈ, ਨਾ ਸੱਤ ਤੇ ਅਸੱਤ ਉਭੇ ਹੈ। ਉਭੇ ਦਾ ਮਤਲਬ ਦੋਵੇਂ। ਨਾ ਇਹਦਾ ਭਾਵ ਇਹ ਹੋ ਗਿਆ ਵੀ ਨਾ ਮਾਇਆ ਸੱਚੀ ਹੈ ਨਾ ਮਾਇਆ ਝੂਠੀ ਹੈ, ਨਾ ਸੱਚੀ ਅਤੇ ਝੂਠੀ ਦੋਨੇ ਗੱਲਾਂ ਇੱਕੋ ਵੀ ਨਹੀਂ ਹੈ। ਤੇ ਨਾ ਹੀ ਸਵੈਵ ਹੈ ਨਾ ਨਿਰਵੈਵ ਹੈ, ਨਾ ਸਵੈਵ ਨਿਰਵੈਵ ਉਭੇ ਹੈ। ਭਾਵ ਕਿ ਮਾਇਆ ਜਿਹੜੀ ਹੈ ਉਹ ਸੰਜੀਵ ਵੀ ਹੈ ਨਹੀਂ, ਅੰਗਾਂ ਤੋਂ ਬਗੈਰ ਵੀ ਹੈ ਨਹੀਂ, ਤੇ ਮਾਇਆ ਅੰਗਾਂ ਵਾਲੀ ਵੀ ਹੈ, ਮਾਇਆ ਸੰਜੀਵ ਵੀ ਹੈ। ਵੇਖੋ ਨਾ ਕੈਸੀ ਬਣਤਰ ਹੈ। ਤੇ ਅੱਗੇ ਤੀਜਾ ਵਚਨ ਜਿਹੜਾ ਰੱਬ ਦੇ ਪਿਆਰੇ ਕਹਿੰਦੇ ਵੀ ਨਾ ਭਿੰਨ ਹੈ ਨਾ ਅਭਿੰਨ ਹੈ। ਨਾ ਮਾਇਆ ਤੋਂ ਅਸੀਂ ਅਲੱਗ ਹੋ ਸਕਦੇ ਹਾਂ ਤੇ ਮਾਇਆ ਸਾਡੇ ਨਾਲ ਜੁੜੀ ਵੀ ਨਹੀਂ ਹੈ। ਨਾ ਅਲੱਗ ਅਤੇ ਨਾ ਭਿੰਨ ਹੈ। ਸੋ ਇਸ ਕਰਕੇ ਮਾਇਆ ਤੋਂ ਬਗੈਰ ਵੇਖੋ ਨਾ ਸੰਸਾਰ ਦੀ ਕਾਰ ਬਿਲਕੁਲ ਨਹੀਂ ਚੱਲਣੀ। ਜਿੰਨੇ ਦੁਨੀਆ ਦੇ ਉੱਤੇ ਬੰਦਾ ਕੰਮ ਕਰਦਾ ਨਾ, ਜਿਹੜਾ ਸ਼ੌਂਕ ਦੇ ਨਾਲ ਕੰਮ ਕਰਦਾ ਤੇ ਉਹਨੂੰ ਇਹ ਹੁੰਦਾ ਵੀ ਮੈਨੂੰ ਮਾਇਆ ਬਣੇਗੀ। ਕੋਈ ਵੀ ਹੈ, ਕੋਈ ਵੀ ਕਰਮ ਹੈ ਦੁਨੀਆ ਦੇ ਉੱਤੇ, ਕਿਰਤ ਹੈ, ਕੋਈ ਧੰਦਾ ਹੈ, ਕੰਮਕਾਰ ਹੈ, ਤੇ ਉਹਦੇ ਵਿੱਚੋਂ ਸਾਰਿਆਂ ਨਾਲੋਂ ਜ਼ਿਆਦਾ ਮੁੱਖ ਮਾਇਆ ਨੂੰ ਰੱਖਿਆ ਹੋਇਆ। ਤਾਂ ਕਰਕੇ ਕਾਰਜ ਚੱਲਦੇ ਨੇ। ਫਿਰ ਉਹ ਮਾਇਆ ਦੇ ਨਾਲ ਆਪਾਂ ਘਰ-ਬਾਰ ਚਲਾਉਂਦੇ ਹਾਂ, ਸਾਰਾ ਕੁਝ ਕਰਦੇ ਹਾਂ। ਕੋਈ ਸਾਧ ਸਾਂਝੀ ਖੇਤੀਬਾੜੀ ਕਰਦਾ ਹੈ, ਕੋਈ ਦੁਕਾਨਦਾਰੀ ਕਰਦਾ ਹੈ। ਬੜੇ ਅਨੇਕਾਂ ਪ੍ਰਕਾਰ ਦੇ ਕਰਮਾਂ ਦੇ ਵਿੱਚ ਜੁਟਿਆ ਹੋਇਆ ਮਨੁੱਖ ਮਾਇਆ ਦੀ ਖਾਤਰ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿੱਥੇ ਮਾਇਆ ਇਹ ਸੱਚੀ ਹੈ ਨਾ, ਉੱਥੇ ਮਾਇਆ ਝੂਠੀ ਵੀ ਹੈ ਕੁਝ। ਉਹ ਮਾਇਆ ਝੂਠੀ ਇਸ ਤਰ੍ਹਾਂ ਦੇ ਨਾਲ ਹੈ ਵੀ ਇਹ ਜਦੋਂ ਬੰਦਾ ਵਿਅਕਤੀ ਮਰ ਜਾਂਦਾ ਹੈ ਉਦੋਂ ਫਿਰ ਇਹਦੇ ਉੱਤੇ ਸਾਡਾ ਕੋਈ ਦਾਵਾ ਨਹੀਂ ਰਹਿਣਾ। ਜਿੱਦਣ ਅਸੀਂ ਚੜ੍ਹਾਈ ਕਰਕੇ, ਜਿੱਦਣ ਸਾਡਾ ਦੇਹ ਨਾਲੋਂ ਨਾਤਾ ਟੁੱਟ ਗਿਆ, ਉਦਣ ਫਿਰ ਇਹਨੂੰ ਪਈ ਨੇ ਰਹਿ ਜਾਣਾ। ਫਿਰ ਉਦੋਂ ਆਪਾਂ ਇੱਕ ਕੌਡੀ ਵੀ ਵਰਤ ਨਹੀਂ ਸਕਦੇ, ਨਾ ਨਾਲ ਲਿਜਾ ਸਕਦੇ ਹਾਂ, ਨਾ ਅਸੀਂ ਕਿਸੇ ਨੂੰ ਫਿਰ ਦੇ ਸਕਦੇ ਹਾਂ। ਫਿਰ ਜਿਹੜਾ ਚੱਕ ਲਿਆ, ਜਿਹਨੇ ਚੱਕ ਕੇ ਲੈ ਗਿਆ ਮਾਇਆ ਨੂੰ ਲੈ ਗਿਆ। ਜਿਹਨੇ ਫਰੋਲੇ ਸੰਦੂਕ ਮਰੇ ਹੋਏ ਬਜ਼ੁਰਗਾਂ ਦੇ ਬਾਅਦ ਪਰਿਵਾਰ ਵਾਲੇ ਸਰਾਣੇ ਤੱਕ ਕਹਿੰਦੇ ਫੋਲ ਦਿੰਦੇ ਆ, ਗਦੈਲੇ ਤੱਕ ਫੋਲਦੇ, ਪਤਾ ਨਹੀਂ ਕਿੱਥੇ ਕੁਝ ਲੁਕੋ ਕੇ ਰੱਖਿਆ ਹੋਣਾ। ਸੋ ਇਸੇ ਤਰ੍ਹਾਂ ਹੀ ਹੈ ਨਾ। ਪਰ ਉਹ ਮਾਇਆ ਬਾਅਦ ਵਿੱਚ ਕੰਮ ਨਹੀਂ ਆਉਂਦੀ। ਪਰ ਪਹਿਲਾਂ ਜਿੰਨਾ ਚਿਰ ਬੰਦਾ ਜਿਉਂਦਾ ਸੀ ਉਦੋਂ ਸਾਥ ਦਿੱਤਾ। ਪਰ ਪਰਲੋਕ ਦੇ ਵਿੱਚ ਮਾਇਆ ਦਾ ਕੋਈ ਸਾਥ ਨਹੀਂ ਹੈ। ਤੇ ਸਾਧ ਸੰਗਤ ਜੀ, ਇਹ ਮਾਇਆ ਸਾਡੇ ਨਾਲ ਜੁੜੀ ਕਿਵੇਂ ਹੋਈ ਹੈ? ਜੁੜੀ ਕਿਉਂਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਸ ਉਦਰ ਤਿਸ ਮਾਇਆ।
ਜਿਹਨੂੰ ਆ ਢਿੱਡ ਲੱਗਿਆ ਸਮਝ ਲਓ ਮਾਇਆ ਲੱਗੀ ਆ, ਕਿਉਂਕਿ ਢਿੱਡ ਦੇ ਵਿੱਚ ਕੁਝ ਨਾ ਕੁਝ ਪਾਉਣਾ ਪੈਣਾ ਹੀ ਹੈ, ਭੁੱਖਾ ਤਾਂ ਰਹਿ ਨਹੀਂ ਹੋਣਾ। ਕੁਝ ਨਾ ਕੁਝ ਜਿਹੜਾ ਲੈ ਕੇ ਪਾਵਾਂਗੇ ਉਹ ਕੁਝ ਨਾ ਕੁਝ ਕੀਮਤੀ ਹੋਊਗਾ, ਫਰੀ ਤਾਂ ਨਹੀਂ ਹੋਣਾ। ਦੁਨੀਆ ਦੇ ਵਿੱਚ ਆਪਾਂ ਵੇਖੋ, ਸਵੇਰ ਵੇਲੇ ਤੋਂ ਆਪਾਂ ਸ਼ੁਰੂ ਕਰ ਲਓ, ਚਾਹ ਵੀ ਪੀਂਦੇ ਹਾਂ ਅਤੇ ਚਾਹ ਵੀ ਪੈਸਿਆਂ ਦੀ ਹੁੰਦੀ ਹੈ, ਮਾਇਆ ਦੇ ਕੇ ਖਰੀਦੀ ਹੁੰਦੀ ਹੈ, ਟੈਕਸ ਦੇ ਕੇ ਖਰੀਦੀ ਹੁੰਦੀ ਹੈ। ਸਵੇਰ ਤੋਂ ਬੰਦਾ ਨਾਲੇ ਤਾਂ ਮਾਇਆ ਖਰਚਦਾ ਆਪਦੇ ਸਰੀਰ ਨੂੰ ਪਾਲਣ ਲਈ, ਨਾਲੇ ਟੈਕਸ ਦਿੰਦਾ ਸਰਕਾਰ ਨੂੰ। ਇਹ ਮਾਇਆ ਦਾ ਵਰਤਾਰਾ ਹੈ ਨਾ। ਸੋ ਇਸ ਤੋਂ ਆਪਾਂ ਅਲੱਗ ਵੀ ਨਹੀਂ ਹਾਂ, ਅਲੱਗ ਰਹਿ ਵੀ ਨਹੀਂ ਸਕਦਾ ਮਾਇਆ ਤੋਂ, ਕਿਉਂਕਿ ਸਾਰਾ ਪਸਾਰਾ ਹੀ ਮਾਇਆ ਦਾ। ਅਤੇ ਇਹ ਤੋਂ ਅਸੀਂ ਅਲੱਗ ਕਿਵੇਂ ਹਾਂ? ਇਹ ਤਾਂ ਹੁਣ ਪਤਾ ਲੱਗ ਗਿਆ ਵੀ ਅਸੀਂ ਆਪਾਂ ਜੁੜੇ ਹੋਏ ਹਾਂ ਮਾਇਆ ਦੇ ਨਾਲ, ਇਹ ਤਾਂ ਪਤਾ ਲੱਗ ਗਿਆ। ਇਸ ਤੋਂ ਅਸੀਂ ਅਲੱਗ ਕਿਵੇਂ ਹਾਂ ਮਾਇਆ ਤੋਂ? ਸਾਡਾ ਆਤਮਿਕ ਸਰੂਪ ਮਾਇਆ ਤੋਂ ਅਲੱਗ ਹੈ। ਸਾਡਾ ਆਤਮਿਕ ਸਰੂਪ ਜਿਹੜਾ ਹੈ ਨਾ, ਉਹ ਸਾਧ ਸੰਗਤ ਜੀ ਪਰਮੇਸ਼ਰ ਦੀ ਅੰਸ਼ ਹੈ। ਉਹਦੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੈ, ਉਹ ਮਾਇਆ ਤੋਂ ਰਹਿਤ ਹੈ। ਜਿਹੜਾ ਸਾਡਾ ਆਤਮਿਕ ਸਰੂਪ ਹੈ, ਜਿਹੜੇ ਸਾਡੇ ਅੰਦਰ ਜਿਹੜੀ ਚੇਤਨ ਸੱਤਾ ਹੈ, ਜਿਹਦੇ ਸਹਾਰੇ ਸਾਡਾ ਸਰੀਰ ਖੜਾ, ਜਿਹਦੇ ਨਾਲ ਸਾਡੇ ਪ੍ਰਾਣ ਚੱਲਦੇ ਨੇ, ਜਿਹਦੇ ਨਾਲ ਸਾਡਾ ਸਰੀਰ ਭੱਜਿਆ ਦੌੜਿਆ ਫਿਰਦਾ ਹੈ, ਬੋਲਦਾ ਸੁਣਦਾ ਹੈ, ਦੇਖਦਾ ਹੈ, ਉਹ ਸਾਧ ਸੰਗਤ ਜੀ ਉਹ ਇੱਕ ਆਤਮਿਕ ਸੱਤਾ ਹੈ ਸਾਡੇ ਅੰਦਰ। ਉਹਦੇ ਉੱਤੇ ਮਾਇਆ ਦਾ ਕੋਈ ਅਸਰ ਨਹੀਂ, ਉਹ ਸਦਾ ਹੀ ਨਿਰਲੇਪ ਰਹਿੰਦੀ ਹੈ। ਆਤਮਾ ਚਾਹੇ ਪੁੰਨੀ ਦੀ ਹੈ, ਆਤਮਾ ਚਾਹੇ ਪਾਪੀ ਦੀ ਹੈ, ਸਭ ਦੀ ਨਿਰਲੇਪ ਹੈ। ਸਭ ਦੇ ਅੰਦਰ ਉਹ ਸਰੂਪ ਹੈ ਇੱਕ ਅਕਾਲ ਪੁਰਖ ਦਾ। ਤੋ ਇਸ ਕਰਕੇ ਪਰ ਮਾਇਆ ਦਾ ਛਲ ਹੈ, ਆਤਮਿਕ ਸਰੂਪ ਦਾ ਕੋਈ ਛਲ ਨਹੀਂ ਹੈ। ਛਲਾਵਾ ਕੇਵਲ ਤੇ ਕੇਵਲ ਮਾਇਆ ਦਾ। ਮਾਈ ਮਾਇਆ ਛਲ, ਇਹ ਮਾਇਆ ਦਾ ਛਲ ਹੈ। ਇਹਨੂੰ ਸਾਧ ਸੰਗਤ ਜੀ ਸਮਝਣ ਦੀ ਕੋਸ਼ਿਸ਼ ਕਰੀਏ। ਜਿਹਨੇ ਇਸ ਵਿਚਾਰ ਨੂੰ ਸਮਝਿਆ ਨਾ, ਤੇ ਉਹ ਇਸ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਜਾਂਦਾ ਹੈ। ਉਹ ਮਾਇਆ ਦੇ ਵਿੱਚ ਫਸਦਾ ਨਹੀਂ, ਬਲਕਿ ਮਾਇਆ ਨੂੰ ਵਰਤਦਾ ਹੈ। ਮਾਇਆ ਦੇ ਵਿੱਚ ਫਸਣਾ ਨਹੀਂ। ਅਸੀਂ ਧੀਆਂ ਪੁੱਤਰਾਂ ਵਾਲੇ ਹਾਂ, ਪਰਿਵਾਰ ਵਾਲੇ ਹਾਂ, ਅਸੀਂ ਇਹਨਾਂ 'ਚ ਫਸਣਾ ਨਹੀਂ। ਅਸੀਂ ਇਹਨਾਂ ਦੇ ਨਾਲ ਜ਼ਿੰਮੇਦਾਰੀਆਂ ਆਪਣੀਆਂ ਨਿਭਾਉਣੀਆਂ। ਅਸੀਂ ਇਹਨਾਂ ਦੇ ਵਿੱਚ ਰਹਿ ਕੇ ਜ਼ਿੰਮੇਦਾਰੀਆਂ ਨਿਭਾਉਣੀਆਂ। ਕਈ ਬਹੁਤ ਹੀ ਜ਼ਿਆਦਾ ਕੱਟੜ ਜਿਹੜੇ ਹਨ ਨਾ, ਉਹ ਕਹਿੰਦੇ ਮੈਂ ਨਹੀਂ ਹੁਣ ਛੱਡਤਾ ਪਰਿਵਾਰ ਸਾਰਾ ਹੀ। ਪਰ ਦਿਲ ਦੇ ਵਿੱਚੋਂ ਕਿਵੇਂ ਕੱਢੇਗਾ? ਮੋਹ ਕਿਵੇਂ ਕੱਢੇਗਾ ਪਰਿਵਾਰ ਦਾ? ਪਰਿਵਾਰ ਨੂੰ ਤਾਂ ਛੱਡ ਆਂਦਾ, ਯਾਦਾਂ ਕਿਵੇਂ ਕੱਢੇਗਾ ਪਰਿਵਾਰ ਦੀਆਂ? ਉਹ ਨਹੀਂ ਨਾ ਕੱਢ ਸਕਦਾ। ਕਿਉਂਕਿ ਸਾਧ ਸੰਗਤ ਜੀ ਸਰੀਰ ਤੋਂ ਸਰੀਰ ਵੱਖਰਾ ਹੋ ਜਾਣਾ, ਘਰ ਛੱਡ ਕੇ ਚਲਿਆ ਗਿਆ, ਅਤੇ ਉੱਥੇ ਜਾ ਕੇ ਜਿੱਥੇ ਚਲਿਆ ਗਿਆ, ਫਿਰ ਉੱਥੇ ਲੋਕਾਂ ਕੋਲ ਦੱਸਦਾ ਵੀ ਮੇਰਾ ਫਲਾਣਾ ਸੀ, ਮੇਰੇ ਮਾਂ ਪਿਓ, ਮੇਰੀ ਮਾਂ ਐਂ ਕਹਿੰਦੀ ਹੁੰਦੀ ਸੀ, ਮੇਰਾ ਪਿਓ ਐਂ ਕਰਦਾ ਹੁੰਦਾ ਸੀ, ਭੈਣ ਭਰਾ ਐਂ ਕਰਦੇ ਹੁੰਦੇ ਸੀ। ਉਹ ਯਾਦਾਂ ਕਰਦਾ ਨਾ, ਗਾਉਂਦਾ। ਕਦੇ ਤਾਂ ਉਹ ਕਹੂਗਾ ਹੀ, ਜਦੋਂ ਬੁੜਾ ਹੋ ਗਿਆ ਉਦੋਂ ਯਾਦ ਕਰ ਕਰ ਰੋਊਗਾ ਵੀ ਮੈਂ ਤਾਂ ਘਰ ਛੱਡਦਾ ਸੀ ਇੰਨੇ ਵਰ੍ਹਿਆਂ ਦਾ, ਪਹਿਲਾਂ ਇਸੇ ਤਰ੍ਹਾਂ ਐਂ ਹੋ ਗਿਆ। ਤੋ ਇਸ ਤਰ੍ਹਾਂ ਦੇ ਨਾਲ ਫਿਰ ਸਾਧ ਸੰਗਤ ਜੀ ਉਹਨਾਂ ਨੂੰ ਦਿਲੋਂ ਨਹੀਂ ਕੱਢ ਸਕਦਾ। ਪਰ ਮੋਹ ਦੇ ਵਿੱਚ ਪਿਆ ਹੋਇਆ ਜੇ ਕੋਈ ਘਰ ਦੇ ਵਿੱਚ ਰਹਿ ਕੇ ਬੰਦਗੀ ਕਰਦਾ ਹੈ, ਨਾਲੇ ਪਰਿਵਾਰ ਦੀ ਪਰਵਰਿਸ਼ ਵੀ ਕਰਦਾ ਹੈ, ਕਿਰਤ ਕਮਾਈ ਕਰਕੇ ਲਿਆਉਂਦਾ ਹੈ, ਘਰ ਦਾ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ, ਅਤੇ ਚਿੱਤ ਜਿਹੜਾ ਉਹ ਰੱਬ ਦੇ ਨਾਲ ਜੁੜਿਆ ਹੋਇਆ, ਪ੍ਰਭੂ ਦੇ ਨਾਲ ਜੁੜਿਆ ਹੋਇਆ, ਅਤੇ ਉਹ ਵਧੀਆ ਹੈ, ਬਿਹਤਰ ਹੈ। ਭਾਵ ਉਹ ਮੋਹ 'ਚੋਂ ਨਿਕਲਿਆ ਹੋਇਆ, ਜ਼ਿੰਮੇਦਾਰੀ ਸਮਝਦਾ ਹੈ ਅਤੇ ਮਾਇਆ ਦੇ ਛਲ ਨੂੰ ਸਮਝ ਗਿਆ। ਪਰ ਜਿਹੜਾ ਛਲਾਵਾ ਮਾਇਆ ਦਾ ਦੁਨੀਆ ਦੇ ਵਿੱਚ ਬੜੇ ਜ਼ੋਰ ਸ਼ੋਰ ਦੇ ਨਾਲ ਹੋ ਰਿਹਾ ਨਾ, ਉਹਨੂੰ ਮਹਾਰਾਜ ਜੀ ਨੇ 3 ਪ੍ਰਮਾਣ ਦਿੱਤੇ ਨੇ। ਉਹਨਾਂ 3 ਪ੍ਰਮਾਣਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਕਿਵੇਂ ਹੈ? ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਤ੍ਰਿਣ ਕੀ ਅਗਨ, ਮਹਾਰਾਜ ਨੇ ਅਗਨੀ ਕਹੀ ਹੈ ਵੀ ਅੱਗ ਦੀ ਲਾਟ ਹੈ। ਅੱਗ ਦੀ ਲਾਟ ਕਿਹਦੀ ਹੈ? ਤ੍ਰਿਣ ਘਾਵਾਂ ਦੀ। ਸੁੱਕੇ ਘਾਹ ਹੋਣ, ਢੇਰ ਲਾ ਦਿਓ ਵੱਢ ਕੇ, ਜਦੋਂ ਫਿਰ ਸੁੱਕ ਜਾਂਦੇ ਆਪਾਂ ਕਹਿੰਦੇ ਵੀ ਸੁੱਕਿਆਂ 'ਤੇ ਅੱਗ ਲਾਵਾਂਗੇ। ਸੁੱਕਿਆਂ 'ਤੇ ਅੱਗ ਲਾਓ, ਕੜ ਕੜ ਕਰਕੇ ਸਾਰੇ ਮੱਚ ਜਾਂਦੇ, ਵੱਡੀ ਲਾਟ ਨਿਕਲਦੀ ਹੈ, ਦੂਜੇ ਹੀ ਪਲ ਉਹੀ ਲਾਟ ਬਿਲਕੁਲ ਖਤਮ ਹੋ ਜਾਂਦੀ, ਕਿਉਂਕਿ ਉਹ ਅੱਗ ਲੱਕੜਾਂ ਦੀ ਨਹੀਂ ਸੀ, ਉਹ ਅੱਗ ਘਾਹ ਦੀ ਸੀ। ਘਾਹ ਦੀ ਅੱਗ ਨਿਕਲੀ ਤਾਂ ਬੜੀ ਉੱਤੇ ਐਨ ਤੱਕ ਗਈ, 6-7 ਫੁੱਟ ਉੱਚੀ, ਪਰ ਜਦੋਂ ਹੀ ਉਹ ਮੱਚ ਗਿਆ ਘਾਹ, ਅੱਗ ਖਤਮ। ਕਿਉਂਕਿ ਅੱਗ ਨੂੰ ਸ਼ਕਤੀ ਤਾਂ ਘਾਹ ਨੇ ਦਿੱਤੀ, ਪਰ ਥੋੜ੍ਹੀ ਦਿੱਤੀ, ਇੱਕਦਮ ਉਹ ਬੁਝ ਗਈ। ਇਹ ਪਹਿਲਾ ਪ੍ਰਮਾਣ। ਮਹਾਰਾਜ ਕਹਿੰਦੇ ਇਹ ਮਾਇਆ ਦਾ ਛਲਾਵਾ ਇਸੇ ਤਰ੍ਹਾਂ ਬਹੁਤਾ ਚਿਰ ਨਹੀਂ ਖਲੋਂਦਾ।
ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਇੱਕ ਬਚਨ ਹੈ, ਇਸ ਜਗ ਮਹਿ ਸੋਭਾ ਨਾਮ ਕੀ, ਬਿਨ ਨਾਵੈ ਸੋਭ ਨਾ ਹੋਏ, ਇਹ ਮਾਇਆ ਕੀ ਸੋਭਾ ਚਾਰ ਦਿਹਾੜੇ। ਜਿਵੇਂ ਘਾਹ ਦੀ ਲਾਟ ਹੁੰਦੀ ਹੈ, ਬਸ ਇੰਨੀ 4 ਕੁ ਦਿਨਾਂ ਦੀ ਹੁੰਦੀ ਹੈ, ਜਾਂਦੀ ਬਿਲਮ ਨਾ ਹੋਏ। ਇਸ ਅੱਗ ਨੂੰ ਬੁਝਦਿਆਂ ਫਿਰ ਦੇਰ ਨਹੀਂ ਲੱਗਦੀ। ਮਾਇਆ ਦੇ ਨਾਲ ਬੰਦਾ ਕਿੰਨਾ ਕੁਝ ਜਿਹੜਾ ਬਣ ਜਾਂਦਾ, ਅਮੀਰ ਸ਼ਮੀਰ, ਪਰ ਉਹਨੂੰ ਥੱਲੇ ਡਿੱਗਦਿਆਂ ਦੇਰ ਨਹੀਂ ਲੱਗਦੀ। ਉਦੋਂ ਹੀ ਪਤਾ ਲੱਗਦਾ ਵੀ ਆਹ ਪਿਆ ਮੂਧੇ ਮੂੰਹ, ਮਾਇਆ ਦੇ ਆਸਰੇ ਉੱਡਿਆ ਫਿਰਦਾ ਸੀ, ਡਿੱਗ ਪਿਆ। ਤ੍ਰਿਣ ਕੀ ਅਗਨ, ਬਸ ਥੋੜ੍ਹਾ ਜਿਹਾ ਚਿਰ ਲਾਟ ਦਿਖਾਈ ਤੇ ਦੁਨੀਆ ਦੇ ਲੋਕ ਉਹ ਭਾਂਬੜ ਦੇਖ ਕੇ ਪਤਾ ਕੀ ਕਰਦੇ, ਆਪਣੇ ਵਰਗੇ ਲੈ ਵੱਡੀ ਕੋਠੀ ਪਾ ਲਈ, ਵੱਡੀਆਂ ਗੱਡੀਆਂ ਲੈ ਲਈਆਂ, ਕਾਰਾਂ ਲੈ ਲਈਆਂ। ਉਹ ਲਾਟ ਇੱਕ ਉਹਨੇ ਬੁੱਝ ਜਾਣਾ ਹੈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਦੂਜਾ ਪ੍ਰਮਾਣ, ਮੇਘ ਕੀ ਛਾਇਆ, ਬੱਦਲ ਦੀ ਛਾਇਆ। ਗਰਮੀਆਂ ਦਾ ਮਹੀਨਾ ਹੋਵੇ, ਆਪਾਂ ਸੜਕ 'ਤੇ ਤੁਰੇ ਜਾਈਏ, ਬੱਦਲ ਦੀ ਛਾਂ ਹੋ ਜਾਏ, ਆਪਾਂ ਕਹਿੰਦੇ ਲੈ ਵੀ ਰੱਬ ਨੇ ਛਾਂ ਕਰਤੀ। ਉਹ ਬੱਦਲ ਭੱਜ ਕੇ ਫਿਰ ਲੰਘ ਗਿਆ, ਫਿਰ ਧੁੱਪ ਆ ਗਈ। ਕਿੰਨਾ ਕੁ ਚਿਰ ਛਾਂ ਰਹੀ, ਕਿੰਨਾ ਕੁ ਚਿਰ ਸੁੱਖ ਰਿਹਾ, ਥੋੜ੍ਹਾ ਜਿਹਾ ਸਮਾਂ ਹੀ ਸੀ। ਫਿਰ ਉਸੇ ਤਰ੍ਹਾਂ ਹੀ ਤਿੱਖੀਆਂ ਧੁੱਪ ਦੀਆਂ ਕਿਰਨਾਂ ਪਈਆਂ ਸਰੀਰ ਦੇ ਉੱਤੇ। ਫਿਰ ਬੱਦਲਾਂ ਦੇ ਨਾਲ ਕਈ ਵਾਰ ਸਕੂਲੋਂ ਆਉਂਦੇ ਹੁੰਦੇ ਸੀ ਨਾ, ਅਤੇ ਉਦੋਂ ਬੱਦਲਾਂ ਦੀ ਛਾਂ ਆਣੀ, ਫਿਰ ਨਾਲ ਭੱਜਣਾ ਵੀ ਨਾਲ ਪਏ ਤਾਂ ਛਾਵੇਂ ਛਾਵੇਂ ਰਹਾਂਗੇ। ਪਰ ਉਹ ਬੱਦਲਾਂ ਦੀ ਛਾਂ ਦੇ ਨਾਲ ਭੱਜਿਆ ਕਿੱਥੇ ਜਾਂਦਾ, ਉਹ ਤਾਂ ਤੇਜ਼ ਭੱਜਦੇ ਆ, ਉਹ ਫਿਰ ਧੁੱਪ ਆ ਜਾਣੀ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਮੇਘ ਕੀ ਛਾਇਆ, ਮੇਘ ਦੀ ਜਿਹੜੀ ਛਾਇਆ ਹੈ, ਬੱਦਲ ਦੀ ਛਾਇਆ। ਅਤੇ ਤੀਜਾ ਪ੍ਰਮਾਣ ਦਿੱਤਾ ਮਹਾਰਾਜ ਕਹਿੰਦੇ ਗੋਬਿੰਦ ਭਜਨ ਬਿਨ ਹੜ੍ਹ ਕਾ ਜਲ, ਹੜ੍ਹ ਦਾ ਜਲ, ਹੜ੍ਹਾਂ ਦਾ ਪਾਣੀ। ਕਈ ਵਾਰ ਹੜ੍ਹ ਆ ਜਾਂਦੇ ਆ, ਬਹੁਤ ਮੀਂਹ ਪੈਂਦੇ ਨੇ, ਅਤੇ ਪਿਛਲੇ ਜੇ ਸਾਲਾਂ ਦੇ ਵਿੱਚ ਮੀਂਹ ਪਏ ਰਾਜਸਥਾਨ ਵੱਲ, ਜਿਹੜੇ ਇਲਾਕੇ ਵਿੱਚ ਕਦੇ ਉਮੀਦ ਨਹੀਂ ਸੀ, ਉਹਨਾਂ ਇਲਾਕਿਆਂ ਦੇ ਵਿੱਚ ਇੰਨੇ ਹੜ੍ਹ ਆਏ, ਇੰਨੇ ਹੜ੍ਹ ਆਏ ਵੀ ਰਾਜਸਥਾਨ ਦਾ ਬਹੁਤ ਰੇਤਾ ਉਹਨਾਂ ਘਰਾਂ ਵਿੱਚ ਜਾ ਕੇ ਭਰ ਗਿਆ। ਘਰ ਰੇਤੇ ਨਾਲ ਹੀ ਭਰ ਗਏ, ਗੱਡੀਆਂ ਦੇ ਵਿੱਚ ਰੇਤਾ ਭਰ ਗਿਆ, ਗੱਡੀਆਂ ਦਿਸਣੋਂ ਹਟ ਗਈਆਂ, ਇੰਨਾ ਪਾਣੀ ਚੜ੍ਹ ਕੇ ਆ ਗਿਆ ਸੀ ਰਾਜਸਥਾਨ ਦੇ ਉਹਨਾਂ ਇਲਾਕਿਆਂ ਵਿੱਚ ਜਦੋਂ ਹੜ੍ਹ ਆਇਆ। ਪਰ ਦੂਜੇ ਹੀ ਪਲ ਜਦੋਂ ਮੀਡੀਆ ਵਾਲੇ ਗਏ ਵੀ ਉੱਥੇ ਜਾ ਕੇ ਆਪਾਂ ਫੁਟੇਜ ਲੈਂਦੇ ਹਾਂ ਵੀ ਇੱਥੋਂ ਦਾ ਦਿਖਾਈਏ ਦੁਨੀਆ ਨੂੰ ਪਾਣੀ, ਵੀ ਰਾਜਸਥਾਨ 'ਚ ਵੀ ਪਾਣੀ ਆ ਗਿਆ। ਜਦ ਨੂੰ ਲੈ ਕੇ ਪਹੁੰਚੇ ਕੈਮਰੇ, ਜਦ ਨੂੰ ਪਾਣੀ ਹੈ ਹੀ ਨਹੀਂ, ਬੂੰਦ ਹੀ ਨਾ ਲੱਭੀ, ਇਕੱਲਾ ਹੀ ਰੇਤਾ ਚੜ੍ਹਿਆ ਪਿਆ। ਕਿੱਧਰ ਗਿਆ ਪਾਣੀ? ਉਹ ਸਮਾ ਗਿਆ ਧਰਤੀ ਵਿੱਚ। ਸੋ ਇਸ ਤਰ੍ਹਾਂ ਇਹ ਦੇਖਣ ਵਾਲੀਆਂ ਕੁਝ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ੍ਹ ਕਾ ਜਲ। ਇੱਕ ਵਾਹਿਗੁਰੂ ਦਾ ਨਾਮ ਹੈ ਜਿਹੜਾ ਸਾਧ ਸਾਂਝੀ ਸਥਿਰ ਰਹਿਣ ਵਾਲਾ। ਮਹਾਰਾਜ ਕਹਿੰਦੇ ਨਾਮ ਰਹਿਓ ਔਰ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਇਹੀ ਰਹਿਣ ਵਾਲੀਆਂ ਚੀਜ਼ਾਂ ਨੇ। ਬਾਕੀ ਆਹ ਚੀਜ਼ਾਂ ਦਿਸਦੀਆਂ ਜ਼ਰੂਰ ਹੈ, ਪਰ ਇਹਨਾਂ ਦੀ ਮਿਆਦ ਨਹੀਂ ਹੁੰਦੀ, ਇਹਨਾਂ ਦੀ ਕੋਈ ਨੀਂਹ ਨਹੀਂ ਹੁੰਦੀ ਹੈ। ਇਹ ਚਲਾਏਮਾਨ ਚੀਜ਼ਾਂ, ਇਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਆਉਂਦੀਆਂ ਜਾਂਦੀਆਂ, ਸਥਿਰ ਨਹੀਂ ਸਦਾ ਰਹਿਣ ਵਾਲੀਆਂ। ਅਤੇ ਪਰ ਆਹ ਸਾਡਾ ਸਰੀਰ ਹੈ, ਇਹ ਵੀ ਆਉਂਦਾ ਜਾਂਦਾ ਰਹਿੰਦਾ, ਕਦੇ ਕਿਹੜੀਆਂ ਜੂਨਾਂ ਵਿੱਚ, ਕਦੇ ਕਿਹੜੀਆਂ ਜੂਨਾਂ। ਪਰ ਇਹਦੇ ਅੰਦਰ ਜਿਹੜਾ ਆਤਮਿਕ ਸਰੂਪ ਹੈ ਉਹ ਸਥਿਰ ਹੈ, ਉਹ ਇੱਕੋ ਹੀ ਰਹਿੰਦਾ ਹੈ। ਇਸ ਕਰਕੇ ਉਹਦੇ ਦੁਆਰਾ ਪ੍ਰਭੂ ਦੇ ਨਾਮ ਦੇ ਨਾਲ ਜੁੜਿਆ ਜਾਵੇ। ਮਹਾਰਾਜ ਕਹਿੰਦੇ ਗੋਬਿੰਦ ਭਜਨ ਤੋਂ ਬਗੈਰ ਇਹਨਾਂ ਦੀ ਇੰਨੀ ਕੁ ਮਿਆਦ ਹੈ ਬਸ। ਰਹਾਉ ਛੋੜ ਸਿਆਣਪ ਬਹੁ ਚਤੁਰਾਈ, ਦੋਏ ਕਰ ਜੋੜ ਸਾਧ ਮਗ ਚੱਲ। ਅਸਥਾਈ ਵਿਸਰਾਮ ਦੇ ਕੇ ਪਾਤਸ਼ਾਹ ਫਰਮਾਨ ਕਰਦੇ ਨੇ, ਭਾਈ ਛੱਡ ਕੇ ਸਿਆਣਪਾਂ ਚਤੁਰਾਈਆਂ ਨੂੰ, ਦੋਵੇਂ ਹੱਥ ਜੋੜ ਕੇ ਚੰਗੇ ਮਾਰਗ ਦੇ ਉੱਤੇ ਚੱਲ ਪੈ। ਪਤਾ ਹੈ, ਦੇਖੋ ਸਿਆਣੇ ਚਤੁਰ ਗੁਰੂ ਸਾਹਿਬ ਜੀ ਵੇਲੇ ਵੀ ਸੀ, ਹੁਣ ਵੀ ਬਹੁਤ ਹੋ ਗਏ। ਅਤੇ ਜਿਨ੍ਹਾਂ ਦੀ ਉਹ ਨਾਸਤਿਕ ਬਿਰਤੀ ਹੈ, ਉਹ ਕਹਿੰਦੇ ਰੱਬ ਹੈ ਨਹੀਂ, ਉਹ ਇਸੇ ਗੱਲ ਨੂੰ ਸਿੱਧ ਕਰਨ ਲੱਗੇ ਹੋਏ ਨੇ। ਸਾਧ ਸੰਗਤ ਇੱਕ ਗੱਲ ਦਾ ਖਿਆਲ ਰੱਖਣਾ ਵੀ ਜਿਹੜਾ ਬੰਦਾ ਨਾਸਤਿਕ ਹੋਵੇ ਨਾ, ਉਹ ਬੜੀ ਛੇਤੀ ਸਿੱਧ ਕਰ ਦਿੰਦਾ ਵੀ ਰੱਬ ਹੈ ਨਹੀਂ। ਜਿਹੜਾ ਬੰਦਾ ਆਸਤਿਕ ਹੈ, ਉਹਨੂੰ ਸਿੱਧ ਕਰਨਾ ਔਖਾ ਹੋ ਜਾਂਦਾ ਵੀ ਰੱਬ ਹੈ, ਕਿਉਂਕਿ ਉਹਦੇ ਅੰਦਰ ਭਾਵਨਾ ਹੈ। ਉਹ ਕਿਵੇਂ ਦਲੀਲਾਂ ਦੇਵੇ, ਕਿਵੇਂ ਕਵੇ ਆਪਦੇ ਪਿਆਰ ਦੇ ਨਾਲ ਵਾਹਿਗੁਰੂ ਬਾਰੇ, ਰੱਬ ਦੇ ਬਾਰੇ ਕਿਵੇਂ ਦੱਸੇ, ਕਿਵੇਂ ਸਮਝਾਵੇ, ਕਿਉਂਕਿ ਉਹਦੇ ਕੋਲ ਲਫ਼ਜ਼ ਨਹੀਂ ਹੁੰਦੇ। ਸਾਖਤ ਬੰਦੇ ਕੋਲ ਬੜੇ ਲਫ਼ਜ਼ ਨੇ, ਉਹਦੇ ਕੋਲ ਬੜੀਆਂ ਗੱਲਾਂ ਨੇ, ਰੱਬ ਹੈ ਨਹੀਂ, ਉਹਨੇ ਤਾਂ ਬਸ ਇਹੀ ਕਹਿ ਦੇਣਾ। ਅਸੀਂ ਕਿਵੇਂ ਉਹਨੂੰ ਦਲੀਲ ਦੇਵਾਂਗੇ? ਪਰ ਸਾਡੇ ਅੰਦਰ ਮਨ ਦੀ ਇਹ ਭਾਵਨਾ ਜ਼ਰੂਰ ਹੁੰਦੀ ਹੈ ਅਤੇ ਅੰਦਰ ਪ੍ਰੇਮ ਜ਼ਰੂਰ ਹੁੰਦਾ ਹੈ। ਪਰ ਸਾਖਤ ਬੰਦਾ ਜਿਹੜਾ ਇਸ ਵਿਸ਼ੇ ਦੇ ਵਿੱਚ ਬੜੀਆਂ ਗੱਲਾਂ ਕਰਕੇ ਲੋਕਾਂ ਨੂੰ ਜਿਹੜਾ ਹੈ ਉਹ ਗੁੰਮਰਾਹ ਵੀ ਕਰ ਲੈਂਦਾ ਹੈ। ਉਹ ਆਪਣੀਆਂ ਗੱਲਾਂ ਦੇ ਨਾਲ ਲੋਕਾਂ ਦੇ ਦਿਲਾਂ ਨੂੰ ਜਿੱਤਣ ਦੀ ਵੀ ਕੋਸ਼ਿਸ਼ ਕਰਦਾ ਹੈ। ਅਤੇ ਕਈ ਵਿਅਕਤੀ
ਉਹ ਨਾਸਤਿਕ ਬੰਦੇ ਦੀ ਗੱਲ ਸੁਣ ਕੇ ਇਹ ਵੀ ਕਹਿ ਦੇਣਗੇ ਵੀ ਹਾਂ ਇਹ ਠੀਕ ਕਹਿੰਦਾ, ਵੀ ਇਹ ਧਰਮਾਂ ਦੇ ਝੰਜਟ ਐਵੇਂ ਪਏ ਹੋਏ ਨੇ, ਐਵੇਂ ਗੱਲਾਂ ਬਣਾਈਆਂ ਹੋਈਆਂ। ਪਰ ਸਾਧ ਸੰਗਤ ਜੀ, ਇਹ ਵਰਤਾਰਾ ਇਹ ਕਲਯੁਗ ਦਾ ਸਮਝ ਲੈਣਾ ਚਾਹੀਦਾ ਵੀ ਇਹ ਕਲਯੁਗ ਦਾ ਵਰਤਾਰਾ ਹੈ, ਜਿਹੜਾ ਇਸ ਤਰ੍ਹਾਂ ਦੇ ਨਾਲ ਤੂਲ ਫੜ ਰਿਹਾ ਹੈ, ਬੜਾ ਜ਼ੋਰ ਫੜ ਰਿਹਾ ਹੈ। ਪਰ ਇਹਨਾਂ ਸਿਆਣਪਾਂ ਚਤਰਾਈਆਂ ਵਾਲੇ ਪਹਿਲਾਂ ਵੀ ਬਹੁਤ ਸੀ, ਹੁਣ ਵੀ ਬਹੁਤ ਨੇ, ਆਉਣਗੇ ਅੱਗੇ ਨੂੰ ਵੀ ਹੋਰ ਵੱਡੀ ਪਾਵਰ ਨਾਲ ਆਉਣਗੇ, ਹੋਰ ਵੱਡੇ ਦਿਮਾਗ ਦੇ ਨਾਲ ਆਉਣਗੇ, ਹੋਰ ਵੱਡੀ ਸ਼ਰਮ ਬਿਰਤੀ ਦੇ ਨਾਲ ਆਉਣਗੇ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੇ ਤਾਂ ਭਾਈ ਆਪਣੀ ਸਿਆਣਪ ਤੇ ਚਤਰਾਈ ਪਾਸੇ ਰੱਖ ਕੇ ਮਨ ਦੀ ਭਾਵਨਾ ਅਤੇ ਮਨ ਦੇ ਪ੍ਰੇਮ, ਇਹਨਾਂ ਦੋਨਾਂ ਹੱਥਾਂ ਨੂੰ ਜੋੜ ਕੇ ਉਹ ਸਾਧੂਆਂ ਦੇ ਮਾਰਗ ਤੇ ਚੱਲੇ ਨੇ, ਸ੍ਰੇਸ਼ਟ ਪੁਰਸ਼ਾਂ ਵਾਲੇ ਮਾਰਗ ਤੇ ਚੱਲੇ ਹਨ। ਸਿਮਰ ਸੁਆਮੀ ਅੰਤਰਜਾਮੀ ਮਾਨੁਖ ਦੇਹ ਕਾ ਇਹ ਊਤਮ ਫਲ। ਜਿਹੜੇ ਸਿਮਰਦੇ ਸੁਆਮੀ ਨੂੰ, ਅੰਤਰਜਾਮੀ ਨੂੰ, ਉਹਨਾਂ ਨੂੰ ਦੁਨੀਆ ਦੇ ਵਿੱਚ ਮਨੁੱਖਾ ਦੇਹ ਦਾ ਜਿਹੜਾ ਅਸਲੀ ਫਲ ਸੀ, ਉੱਤਮ ਫਲ, ਉਹ ਪ੍ਰਾਪਤ ਹੋ ਗਿਆ। ਮਾਇਆ ਦੇ ਨਾਲ ਕੋਈ ਉੱਤਮ ਫਲ ਪ੍ਰਾਪਤ ਨਹੀਂ ਕਰ ਸਕਿਆ। ਦੁਨੀਆ ਦੇ ਵਿੱਚ ਬੰਦੇ ਦੀ ਵਡਿਆਈ ਹੋ ਜਾਵੇ, ਥਾਂ ਥਾਂ ਤੇ ਬੱਚਾ ਬੱਚਾ ਨਾਮ ਜਾਣੇ, ਇਹ ਉੱਤਮ ਫਲ ਨਹੀਂ ਹੈ। ਸਾਰੇ ਸੁੱਖ ਮਿਲ ਜਾਣ ਚੱਕਰਵਰਤੀ ਬਾਦਸ਼ਾਹਾਂ ਵਾਂਗ, ਇਹ ਉੱਤਮ ਫਲ ਨਹੀਂ। ਮਹਾਰਾਜ ਕਹਿੰਦੇ ਸਿਮਰ ਸੁਆਮੀ ਅੰਤਰਜਾਮੀ। ਜਿਨ੍ਹਾਂ ਨੇ ਸੁਆਮੀ ਨੂੰ ਸਿਮਰਿਆ, ਯਾਦ ਕੀਤਾ, ਉਹਨਾਂ ਨੂੰ ਭਾਈ ਇਹ ਮਨੁੱਖਾ ਦੇਹੀ ਦਾ ਸਭ ਤੋਂ ਉੱਤਮ ਫਲ ਉਹਦੀ ਝੋਲੀ 'ਚ ਆ ਪਿਆ। ਵੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ। ਵੇਦ ਬਖਿਆਨ, ਵੇਦਾਂ ਦੇ ਦੁਆਰਾ ਸਾਧ ਸੰਗਤ ਜੀ, ਸਾਧੂਆਂ ਨੇ, ਮਹਾਂਪੁਰਸ਼ਾਂ ਨੇ ਰੱਬੀ ਸਿਧਾਂਤ ਨੂੰ ਲੋਕਾਂ ਦੇ ਵਿੱਚ ਲੈ ਕੇ ਆਂਦਾ। ਪਰ ਭਾਗਹੀਣ, ਜਿਹੜੇ ਭਾਗਾਂ ਤੋਂ ਹੀਣੇ ਨੇ, ਸਮਝਤ ਨਹੀਂ ਖਲ। ਖਲ ਕਹਿੰਦੇ ਨੇ ਮੂਰਖ ਨੂੰ। ਉਸ ਮੂਰਖ ਸਮਝ ਨਹੀਂ ਸਕਦਾ, ਨਹੀਂ ਸਮਝ ਸਕਦਾ ਮੂਰਖ। ਉਹ ਮਾਰੇ ਕਹਿੰਦੇ ਭਾਗਾਂ ਤੋਂ ਹੀ ਹੀਣਾ ਹੈ, ਉਹਦੇ ਵਿੱਚ ਕੀ ਕਸੂਰ ਹੈ ਆਪਣਾ? ਜਿਹਦੇ ਭਾਗ ਹੀ ਹੁਣ ਹੈ ਨਹੀਂ, ਜਿਹਦੇ ਭਾਗਾਂ ਦੇ ਵਿੱਚ ਜੁੜਨਾ ਲਿਖੇ ਹੀ ਨਹੀਂ, ਉਹਨੂੰ ਜਿੰਨਾ ਮਰਜ਼ੀ ਉਹਦੇ ਸੈਮੀਨਾਰ ਲਾ ਲਿਓ, ਟਿਊਸ਼ਨਾਂ ਦੇ ਲਿਓ, ਉਹ ਨਹੀਂ ਸਮਝ ਸਕਦਾ, ਉਹ ਨਹੀਂ ਪੜ੍ਹ ਸਕਦਾ। ਜਿਹੜਾ ਢੀਠ ਬਣ ਗਿਆ, ਇੱਕ ਤਾਂ ਬੱਚੇ ਨੂੰ ਆਉਂਦਾ ਨਹੀਂ ਹੁੰਦਾ, ਉਹਨੂੰ ਪੜ੍ਹਨੇ ਪਾ ਦਿਓ, ਉਹ ਮਿਹਨਤ ਉਹਨੂੰ ਕਰਾ ਦਿਓ, ਪੜ੍ਹਨ ਲੱਗ ਜੂ। ਇੱਕ ਹੁੰਦਾ ਢੀਠ, ਉਹਨੂੰ ਕੁੱਟੀ ਜਾਓ ਪਸ਼ੂਆਂ ਵਾਂਗੂ, ਪਰ ਉਹ ਨਹੀਂ ਸਮਝ ਸਕਦਾ। ਉਹੀ ਬਿਰਤੀ ਹੈ। ਮਹਾਰਾਜ ਕਹਿੰਦੇ ਭਾਗਹੀਣ ਸਮਝਤ ਨਹੀਂ ਖਲ। ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਤ ਦਹਿਨ ਭਏ ਮਲ। ਪਰ ਪ੍ਰੇਮਾ ਭਗਤੀ ਵਿੱਚ ਜਿਹੜੇ ਰਚੇ ਹੋਏ ਨੇ ਨਾ ਵਾਹਿਗੁਰੂ ਦੇ ਪ੍ਰੇਮ ਵਿੱਚ, ਉਹਨਾਂ ਦੀ ਮਹਾਰਾਜ ਕਹਿੰਦੇ ਸਿਮਰਨ ਦਹਿਨ ਭਏ ਮਲ। ਵਾਹਿਗੁਰੂ ਸਿਮਰਨ ਦੁਆਰਾ, ਹਰ ਸਿਮਰਨ ਦੇ ਦੁਆਰਾ ਦਹਿਨ, ਦਹਿਨ ਕਹਿੰਦੇ ਨੇ ਜਿਹੜੀ ਇਹ ਬਿਲਕੁਲ ਖਤਮ ਹੋ ਜਾਣਾ। ਕਾਹਦੇ ਨਾਲ? ਅੱਗ ਦੇ ਨਾਲ। ਅੱਗ ਦੇ ਨਾਲ ਜਿਹੜੀ ਚੀਜ਼ ਸੜ ਜਾਵੇ ਉਹਨੂੰ ਕਹਿ ਦਿੱਤਾ ਜਾਂਦਾ ਦਹਿਨ। ਵੇਖੋ ਹੁਣ ਸਾਧ ਸੰਗਤ ਜੀ, ਮੈਲ ਹੋਵੇ ਨਾ, ਮੈਲ, ਮੈਲ ਨੂੰ ਜੇ ਤਾਂ ਇੱਕ ਤਾਂ ਦੂਰ ਕਰਨਾ ਹੁੰਦਾ ਪਾਣੀ ਦੇ ਨਾਲ, ਪਾਣੀ ਦੇ ਨਾਲ ਮੈਲ ਨੂੰ ਧੋ ਦਿੱਤਾ ਜਾਂਦਾ। ਪਰ ਉਹ ਮੈਲ ਕਿਤੇ ਤਾਂ ਗਈ ਹੈ, ਪਾਣੀ ਦੇ ਨਾਲ ਰੁੜ ਕੇ ਤਾਂ ਗਈ ਹੈ, ਰੁੜ ਕੇ ਤਾਂ ਚਲੀ ਗਈ ਨਾ ਪਾਣੀ ਨਾਲ ਮੈਲ। ਪਰ ਜਿਹੜੀ ਅਗਨੀ ਹੈ ਉਹ ਸੁਆਹ ਬਣਾਉਂਦੀ ਹੈ ਮੈਲ ਦੀ, ਬਿਲਕੁਲ ਖਤਮ ਕਰ ਦਿੰਦੀ ਹੈ ਸੁਆਹ। ਜਿਵੇਂ ਸੋਨੇ ਦੇ ਵਿੱਚ ਸਾਧ ਸੰਗਤ ਜੀ ਮੈਲ ਹੋਵੇ, ਉਹਨੂੰ ਕੁਠਾਲੀ 'ਚ ਪਾ ਕੇ ਇੰਨਾ ਲਾਲ ਕਰ ਦਿੱਤਾ, ਇੰਨੀ ਡਿਗਰੀ ਦੇ ਟੈਂਪਰੇਚਰ 'ਤੇ ਉਹਦੀ ਮੈਲ ਜਿਹੜੀ ਸੜੀ ਜਾਂਦੀ ਹੈ, ਰਹਿੰਦੀ ਹੋਈ ਨਹੀਂ, ਬਿਲਕੁਲ ਖਤਮ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਜਿਹੜਾ ਸਾਡੇ ਜੀਵਨ ਦੇ ਵਿੱਚੋਂ ਮੈਲਾਂ ਨੂੰ ਖਤਮ ਕਰ ਦਿੰਦਾ, ਜਿਵੇਂ ਅੱਗ ਮੈਲ ਨੂੰ ਖਤਮ ਕਰ ਜਾਂਦੀ ਹੈ। ਟੋਡੀ ਮਹੱਲਾ ਪੰਜਵਾ। ਮਾਈ ਚਰਨ ਗੁਰ ਮਿੱਠੇ, ਵੱਡੇ ਭਾਗ ਦੇਵੈ ਪਰਮੇਸ਼ਰ। ਕੋਟ ਫਲਾ ਦਰਸ਼ਨ ਗੁਰ ਡੀਠੇ। ਅਗਲਾ ਸ਼ਬਦ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ, ਮਾਈ ਚਰਨ ਗੁਰ ਮਿੱਠੇ। ਹੇ ਮੇਰੀ ਮਾਤਾ, ਹੇ ਮੇਰੇ ਮਹਾਤਮਾ ਜਨੋ, ਸੰਤ ਜਨੋ, ਹੇ ਮੇਰੇ ਮਾਲਕ ਜੀ, ਗੁਰੂ ਦੇ ਚਰਨ ਜਿਹੜੇ ਨੇ ਉਹ ਮਿੱਠੇ ਨੇ, ਪਿਆਰੇ ਨੇ। ਮਿੱਠੇ ਦਾ ਭਾਵ ਤੁਸੀਂ ਆਪੇ ਸਮਝ ਜਾਣਾ ਜਦੋਂ ਮੈਂ ਤੁਹਾਨੂੰ ਇਹ ਗੱਲ ਦੱਸੀ ਵੀ ਪੁੱਤਰ ਮਿੱਠੜੇ ਮੇਵੇ। ਰੱਬ ਸਭ ਨੂੰ ਦੇ ਕਹਿੰਦੇ ਨਹੀਂ ਨਾ ਮਿੱਠੜੇ ਮੇਵੇ, ਮਿੱਠਾ ਮੇਵਾ ਪੁੱਤਰ। ਇਹਦਾ ਮਤਲਬ ਜੇ ਪੁੱਤ ਮਿੱਠਾ ਹੈ, ਮਾਂ ਖਾ ਤਾਂ ਨਹੀਂ ਜਾਂਦੀ ਪੁੱਤ ਨੂੰ, ਪਰ ਉਹਨੂੰ ਮਿੱਠਾ ਲੱਗਦਾ, ਪਿਆਰਾ ਲੱਗਦਾ। ਦੁਨੀਆ ਦੀ ਹਰ ਇੱਕ ਚੀਜ਼ ਦੇ ਨਾਲ ਪੁੱਤਰ ਮਿੱਠਾ ਲੱਗਦਾ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਕੋਈ ਖਾਣ ਵਾਲੀ ਚੀਜ਼ ਹੈ।
ਇਸੇ ਤਰ੍ਹਾਂ ਗੁਰੂ ਦੇ ਚਰਨ ਜਿਹੜੇ ਨੇ, ਮਾਈ ਚਰਨ ਗੁਰ ਮਿੱਠੇ, ਗੁਰੂ ਦੇ ਚਰਨ ਪਿਆਰ ਵਾਲੇ ਨੇ, ਉਹ ਖਾਣ ਵਾਸਤੇ ਨਹੀਂ ਹੈ, ਚਰਨ ਗੁਰ ਮਿੱਠੇ। ਪਰ ਇੱਕ ਇਤਿਹਾਸ ਦੇ ਵਿੱਚ ਗਾਥਾ ਆਉਂਦੀ ਹੈ ਵੀ ਇੱਕ ਸੇਵਕਣੀ ਨੇ ਮਹਾਰਾਜ ਦਾ ਚਰਨ ਮੁੱਖ ਵਿੱਚ ਪਾਇਆ। ਜਦੋਂ ਸਾਧ ਸੰਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਨਾਨਕ ਪਾਤਸ਼ਾਹ ਰਾਏ ਭੋਇੰ ਦੀ ਤਲਵੰਡੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਨਨਕਾਣਾ ਸਾਹਿਬ ਬਣਿਆ ਹੋਇਆ, ਉੱਥੇ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਏ ਸੀ। ਅਤੇ ਮਾਤਾ ਤ੍ਰਿਪਤਾ ਜੀ ਮਹਾਰਾਜ ਨੂੰ ਜਿਹੜਾ ਭੋਜਨ ਜਦੋਂ ਆਉਂਦੇ ਸੀ ਮਹਾਰਾਜ ਘਰ ਦੇ ਵਿੱਚ, ਤਾਂ ਆਪ ਹੱਥੀਂ ਛਕਾਉਣ ਦੇ ਵਿੱਚ ਬੜੀ ਪ੍ਰਸੰਨਤਾ ਰੱਖਦੇ ਸੀ। ਹਰੇਕ ਮਾਂ ਨੂੰ ਹੁੰਦਾ ਵੀ ਮੈਂ ਆਪਦੇ ਪੁੱਤਰ ਨੂੰ ਆਪ ਪ੍ਰਸ਼ਾਦਾ ਬਣਾ ਕੇ ਛਕਾਵਾਂ, ਭਾਵੇਂ ਕਿ ਘਰ ਦੇ ਵਿੱਚ ਦਾਸੀ ਸੀ ਕੰਮਕਾਰ ਕਰਨ ਵਾਲੀ, ਉਹਦਾ ਨਾਮ ਸੀ ਤੁਲਸਾ, ਜਿਹੜੀ ਦਾਸੀ ਸੀ ਉਹ ਵੀ ਹੱਥ ਵਟਾਉਂਦੀ ਸੀ। ਮਾਤਾ ਜੀ ਪ੍ਰਸ਼ਾਦਾ ਪਕਾਉਣ ਲੱਗ ਪਏ ਅਤੇ ਨਾਲੇ ਦਾਸੀ ਨੂੰ ਕਿਹਾ ਵੀ ਜਾ ਪੁੱਤਰ ਨੂੰ ਬੁਲਾ ਕੇ ਲਿਆ, ਪ੍ਰਸ਼ਾਦਾ ਛਕ ਲਵੇਗਾ ਗਰਮ ਗਰਮ। ਉਹ ਦਾਸੀ, ਤੁਲਸਾ ਦਾਸੀ ਆਈ ਮਹਾਰਾਜ ਨੂੰ ਜਗਾਉਣ ਵਾਸਤੇ। ਗੁਰੂ ਸਾਹਿਬ ਜੀ ਨੂੰ ਵੇਖਿਆ ਵੀ ਸਤਿਗੁਰੂ ਪਾਤਸ਼ਾਹ ਜੀ ਚਾਦਰ ਤਾਣ ਕੇ ਲੰਮੇ ਪਏ ਸੀ ਸਥਿਰ, ਅਤੇ ਗੁਰੂ ਸਾਹਿਬ ਜੀ ਦਾ ਇੱਕ ਚਰਨ ਉਸ ਚਾਦਰ ਦੇ ਵਿੱਚੋਂ ਬਾਹਰ ਸੀ। ਅਤੇ ਉਸ ਸਾਧ ਸੰਗਤ ਜੀ ਚਰਨ ਨੂੰ ਵੇਖਿਆ ਤੁਲਸਾ ਦਾਸੀ ਨੇ, ਅਤੇ ਜਾ ਕੇ ਜਗਾਉਣ ਦੀ ਕੋਸ਼ਿਸ਼ ਕੀਤੀ। ਜਗਾਉਣ ਦੀਆਂ ਵੀ ਸਾਧ ਸੰਗਤ ਜੀ ਵਿਧੀਆਂ ਹੁੰਦੀਆਂ। ਆਪਣੇ ਆਪ ਤੋਂ ਜੇ ਵੱਡੇ ਨੂੰ ਜਗਾਉਣਾ ਹੋਵੇ ਤਾਂ ਉਹਦੇ ਪੈਰ ਨੂੰ ਪਕੜ ਕੇ ਹਿਲਾਇਆ ਜਾਂਦਾ ਹੈ, ਜੇ ਛੋਟਾ ਹੋਵੇ ਤਾਂ ਬਾਂਹ ਤੋਂ ਫੜ ਕੇ ਵੀ ਉਠਾ ਦਿੰਦੇ ਹਾਂ ਨਾ, ਸਤਿਕਾਰ ਰੱਖਣਾ ਪੈਂਦਾ। ਉਹ ਜਦੋਂ ਆਈ ਤੁਲਸਾ ਦਾਸੀ ਗੁਰੂ ਸਾਹਿਬ ਜੀ ਦੇ ਚਰਨ ਨੂੰ ਪਕੜ ਕੇ ਜਗਾਉਣ ਲੱਗੀ, ਜਦੋਂ ਚਰਨ ਨੂੰ ਹੱਥ ਲੱਗਿਆ, ਛੋਹਿਆ, ਸਪਰਸ਼ ਕੀਤਾ ਨਾ, ਅਤੇ ਸਰੀਰ ਦੇ ਅੰਦਰ ਚਰਨਾਹਟ ਛਿੜ ਪਈ, ਬਿਸਮਾਦ ਵਿੱਚ ਆ ਗਈ, ਇੰਨੇ ਆਨੰਦ ਵਿੱਚ ਆ ਗਈ ਵੀ ਉਹ ਆਨੰਦ ਕਿਹਾ ਨਹੀਂ ਜਾਂਦਾ। ਮਹਾਰਾਜ ਦੇ ਚਰਨ ਨੂੰ ਹੱਥ ਜੋ ਲੱਗ ਗਿਆ ਤੁਲਸਾ ਦਾਸੀ ਦਾ, ਜਦੋਂ ਚਰਨ ਨੂੰ ਹੱਥ ਲੱਗਿਆ, ਇੰਨਾ ਮਨ ਵਿੱਚ ਪਿਆਰ ਆਇਆ, ਇੰਨਾ ਪਿਆਰ ਆਇਆ ਤੁਲਸਾ ਦਾਸੀ ਦੇ, ਉਹਨੇ ਗੁਰੂ ਸਾਹਿਬ ਜੀ ਦਾ ਚਰਨ ਮੁੱਖ ਵਿੱਚ ਪਾਉਣਾ ਚਾਹਿਆ। ਮਹਾਰਾਜ ਜੀ ਦਾ ਚਰਨ ਉਹਨੇ, ਮਹਾਰਾਜ ਜੀ ਦਾ ਜਿਹੜਾ ਚਰਨ ਦਾ ਅੰਗੂਠਾ ਸੀ ਉਹ ਆਪਣੇ ਮੁੱਖ ਵਿੱਚ ਪਾ ਲਿਆ। ਮੁੱਖ ਵਿੱਚ ਜਦੋਂ ਪਾਇਆ ਅਤੇ ਸਾਧ ਸੰਗਤ ਦੀ ਜਿੱਥੇ ਸਤਿਗੁਰੂ ਮਹਾਰਾਜ ਜੀ ਵਿਚਰ ਰਹੇ ਸੀ ਉਹ ਸਾਰਾ ਦ੍ਰਿਸ਼ ਸਾਹਮਣੇ ਆ ਗਿਆ। ਗੁਰੂ ਸਾਹਿਬ ਜੀ ਮਨ ਸੁਖ ਸ਼ਾਹੂਕਾਰ ਦਾ ਨਾ ਬੇੜਾ ਜਿਹੜਾ ਸੀ ਸਾਧ ਸੰਗਤ ਜੀ ਉਹ ਬੰਨੇ ਲਾ ਰਹੇ ਸੀ। ਸਤਿਗੁਰੂ ਮਹਾਰਾਜ ਜੀ ਉਹ ਸਨਮੁਖ ਸ਼ਾਹੂਕਾਰ ਸੀ ਜਿਹੜਾ ਉਹਦਾ ਬੇੜਾ ਬੰਨੇ ਲਾ ਰਹੇ ਸੀ। ਜਹਾਜ਼ ਉਹਦਾ ਸਮੁੰਦਰੀ ਜਹਾਜ਼ ਸਮੁੰਦਰ ਦੇ ਵਿੱਚ ਫਸਿਆ ਹੋਇਆ ਸੀ। ਸਤਿਗੁਰੂ ਜੀ ਉੱਥੇ ਜਾ ਕੇ ਉਹਦੀ ਸਾਧ ਸੰਗਤ ਦੀ ਸਹਾਇਤਾ ਕਰਦੇ ਸੀ। ਉਹ ਸਾਰਾ ਕੁਝ ਵੇਖ ਲਿਆ ਤੁਲਸਾ ਦਾਸੀ ਨੇ। ਉਹ ਗੁਰੂ ਸਾਹਿਬ ਜੀ ਨੂੰ ਉਠਾਉਣ ਤੋਂ ਬਗੈਰ ਹੀ ਵਾਪਸ ਆ ਗਈ ਅਤੇ ਆ ਕਰਕੇ ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ ਮੈਂ ਆਪ ਜੀ ਦੇ ਪੁੱਤਰ ਨੂੰ ਜਗਾ ਕੇ ਤਾਂ ਲਿਆਵਾਂ ਜੇ ਉਹ ਇੱਥੇ ਹੋਣ, ਇੱਥੇ ਨਹੀਂ। ਅਵਸਥਾ ਉਹਦੀ ਬਣ ਗਈ ਸੀ। ਉਹਨੇ ਅਵਸਥਾ ਦੇ ਨਾਲ ਦੇਖਿਆ ਸੀ ਵੀ ਮਹਾਰਾਜ ਤਾਂ ਗਏ ਹੋਏ ਆ ਬੇੜਾ ਬੰਨੇ ਲਾਉਣ। ਮਾਤਾ ਤ੍ਰਿਪਤਾ ਜੀ ਇੱਕਦਮ ਚੌਂਕੇ ਵੀ ਹੈ ਇੰਨੀ ਛੇਤੀ ਕਿੱਧਰ ਚਲਿਆ ਗਿਆ ਪੁੱਤਰ। ਆਪ ਉੱਠ ਕੇ ਆਈ ਅਤੇ ਵੇਖਿਆ ਅਤੇ ਬੜਾ ਮਨ ਵਿੱਚ ਦੁੱਖ ਹੋਇਆ ਵੀ ਨੌਕਰਾਣੀ ਜਿਹੜੀ ਸੀ ਉਹ ਘਰ ਦਾ ਕੰਮਕਾਰ ਕਰਾਉਣ ਵਾਲੀ ਵੀ ਹੁਣ ਤਾਂ ਇਹ ਵੀ ਮਖੌਲ ਕਰਨ ਲੱਗ ਪਏ ਮੇਰੇ ਪੁੱਤਰ ਦੀ ਬਿਰਤੀ ਵੇਖ ਕੇ, ਵੀ ਮੇਰਾ ਪੁੱਤਰ ਜਿਹੜਾ ਹੈ ਨਾ ਇਹਦੀ ਬਿਰਤੀ ਨੂੰ ਵੇਖ ਕੇ ਹੁਣ ਤਾਂ ਸਾਡੇ ਘਰ ਦੇ ਜਿਹੜੇ ਕੰਮਕਾਰ ਕਰਨ ਵਾਲੇ ਆ ਉਹ ਵੀ ਮਖੌਲਾਂ ਕਰਨ ਲੱਗ ਪਏ। ਪੁੱਤਰ ਨੂੰ ਜਾ ਕੇ ਸਾਧ ਸੰਗਤ ਜੋ ਉਠਾਇਆ, ਮਹਾਰਾਜ ਨੇ ਕਾਰਜ ਜਿਹੜਾ ਸੀ ਸੇਵਕ ਦਾ ਕਰਾ ਦਿੱਤਾ ਸੀ ਪੂਰਾ। ਮਾਤਾ ਨੇ ਜਾ ਕੇ ਬਾਹੋਂ ਉਠਾ ਕੇ ਲਿਆਂਦਾ ਰਸੋਈ 'ਚ, ਪੁੱਤਰ ਨੂੰ ਬਿਠਾ ਕੇ ਛਕਾਉਣ ਲੱਗੀ। ਇੱਕ ਤਵੇ ਦੇ ਉੱਤੇ ਪ੍ਰਸ਼ਾਦਾ ਪਿਆ, ਦੂਜਾ ਵੇਲ ਰਹੀ ਹੈ। ਮਾਤਾ ਦੀਆਂ ਅੱਖਾਂ ਵਿੱਚੋਂ ਹੰਝੂ ਆਏ। ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਖਿਆ, ਮਾਤਾ ਜੀ ਕਿਉਂ ਰੋ ਰਹੇ ਹੋ? ਕਹਿਣ ਲੱਗੀ ਪੁੱਤਰ ਲੋਕ ਤਾਂ ਜਿਹੜੇ ਤੈਨੂੰ ਮਖੌਲ ਕਰਦੇ ਹੀ ਸੀ, ਪਰ ਅੱਜ ਤਾਂ ਘਰ ਦੇ ਨੌਕਰ ਵੀ ਕਹਿਣ ਲੱਗੇ ਵੀ ਹੈ ਨਹੀਂ ਪੁੱਤਰ ਇੱਥੇ, ਕਿਤੇ ਗਿਆ ਹੋਇਆ ਵੇਖੋ। ਅਤੇ ਉਸ ਵੇਲੇ ਕਹਿਣ ਲੱਗੇ ਮਾਤਾ ਜੀ ਕੀ ਗੱਲ ਹੋ ਗਈ? ਕਹਿੰਦੀ ਆਪਣੇ ਘਰ ਦੀ ਦਾਸੀ ਕਹਿੰਦੀ ਹੈ ਵੀ ਨਾਨਕ ਹੈ ਨਹੀਂ, ਸਰੀਰ ਕਰਕੇ ਤਾਂ ਹੈ ਪਰ ਉਹ ਅੰਤਰਾਤਮੇ ਕਰਕੇ ਬੰਨੇ ਲਾਉਣ ਗਿਆ ਹੋਇਆ, ਬੇੜਾ ਫਸਿਆ ਹੋਇਆ ਸੀ ਕਿਸੇ ਦਾ। ਪੁੱਤਰ ਮਖੌਲ ਕਰਨ ਲੱਗ ਪਏ।
ਗੁਰੂ ਸਾਹਿਬ ਜੀ ਕਹਿਣ ਲੱਗੇ, ਮਾਤਾ ਤੂੰ ਇਹਦੀਆਂ ਗੱਲਾਂ ਵੱਲ ਧਿਆਨ ਨਾ ਦੇ, ਇਹਦਾ ਝੱਲੀ ਜੀ ਕੁਝ ਵੀ ਬੋਲੀ ਜਾਂਦੀ ਹੈ। ਬਚਨ ਨਿਕਲ ਗਿਆ। ਉਹ ਬਚਨ ਨਿਕਲ ਤੇ ਝੱਲੀ ਜੀ ਹੋ ਗਈ ਕਮਲੀ। ਉਹ ਦੁਨਿਆਵੀ ਕਮਲਿਆਂ ਵਾਂਗ ਨਹੀਂ, ਉਹਦੀ ਅਵਸਥਾ ਉੱਚੀ ਹੋ ਗਈ। ਸੰਸਾਰ ਦੇ ਨਾਲ ਉਹਦੀ ਮੋਹ ਦੀ ਬਿਰਤੀ ਜਿਹੜੀ ਸੀ ਨਾ, ਉਹ ਟੁੱਟ ਗਈ। ਤੇ ਸਾਧ ਸੰਗਤ, ਮਾਤਾ ਭੈਣ ਨਾਨਕੀ ਜੀ ਨੇ ਵੀ ਗੁਰੂ ਸਾਹਿਬ ਜੀ ਦੇ ਨਾਲ ਬਚਨ ਕੀਤਾ, ਪੁੱਤਰ ਵੀਰ ਜੀ। ਭੈਣ ਨਾਨਕੀ ਜੀ ਕਹਿਣ ਲੱਗੇ ਕਿ ਵੀਰ ਜੀ, ਆਹ ਤੁਲਸਾਂ ਦਾਸੀ ਦਾ ਕੀ ਕਸੂਰ ਸੀ, ਇਹ ਝੱਲੀ ਹੋ ਗਈ ਹੈ। ਤਾਂ ਉਸ ਵੇਲੇ ਕਹਿਣ ਲੱਗੇ ਗੁਰੂ ਸਾਹਿਬ ਕਿ ਭੈਣ ਜੀ, ਇਹਦੀ ਅਵਸਥਾ ਉੱਚੀ ਹੋ ਗਈ ਹੈ। ਇਹਦੀ ਹੁਣ ਦੁਨਿਆਵੀ ਵਿਅਕਤੀਆਂ ਦੇ ਵਾਂਗ ਇਹਦਾ ਮਾਇਆ ਦੇ ਵਿੱਚ, ਪਦਾਰਥਾਂ ਦੇ ਵਿੱਚ ਹੁਣ ਮੋਹ ਟੁੱਟ ਗਿਆ। ਇਹਦੀ ਅਵਸਥਾ ਬਹੁਤ ਉੱਚੀ ਹੈ। ਇਹਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਚੁੱਕੀ ਹੈ। ਹੁਣ ਇਹਦੇ ਭਾਗਾਂ ਵਿੱਚ ਸੀ। ਵੇਖੋ, ਮਾਈ ਚਰਨ ਗੁਰ ਮੀਠੇ। ਤੇ ਇਹ ਗੁਰੂ ਸਾਹਿਬ ਜੀ ਦੇ ਚਰਨ ਨੇ ਜਿਹੜੇ ਸਾਧ ਸਾਂਝੀ ਸਾਨੂੰ ਹਮੇਸ਼ਾ ਹੀ ਬਚਾਉਣ ਵਾਲੇ ਨੇ। ਗੁਰੂ ਕਲਗੀਧਰ ਮਹਾਰਾਜ ਜੀ ਦੇ ਸਾਧ ਸਾਂਝੀ ਇੱਕ ਜੀਵਨ ਦੀ ਗਾਥਾ ਆਪ ਜੀ ਨੇ ਅੱਗੇ ਵੀ ਬੇਅੰਤ ਵਾਰ ਸੁਣੀ ਹੈ। ਦੇਵੀ ਦਾਸ ਭੀਮ ਚੰਦ ਰਾਜੇ ਦਾ ਵਜ਼ੀਰ ਸੀ। ਉਹ ਸਾਧ ਸਾਂਝੀ ਗੁਰੂ ਕਲਗੀਧਰ ਮਹਾਰਾਜ ਜੀ ਦੀ ਬੜੀ ਉਸਤਤ ਕਰਦਾ ਸੀ, ਕਿਉਂਕਿ ਉਹ ਗੁਰੂ ਸਾਹਿਬ ਜੀ ਨੂੰ ਮਿਲਿਆ। ਗੁਰੂ ਸਾਹਿਬ ਜੀ ਦੇ ਮਹਾਨ ਸ਼ਖਸੀਅਤ ਦਾ ਉਹਦੇ ਦਿਲ ਦੇ ਉੱਤੇ ਪ੍ਰਭਾਵ ਪਿਆ, ਸਤਿਗੁਰੂ ਮਹਾਰਾਜ ਜੀ ਦਾ। ਤੇ ਉਹ ਗੁਰੂ ਦੇ ਚਰਨਾਂ ਦਾ ਹੀ ਹੋ ਕੇ ਰਹਿ ਗਏ। ਗੁਰੂ ਸਾਹਿਬ ਦੇ ਚਰਨਾਂ ਦੀ ਪ੍ਰੀਤੀ ਬੜੀ ਮਹਾਨ ਦਿਲ ਵਿੱਚ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪਿਆਰ ਕਰਦਾ ਸੀ। ਭੀਮ ਚੰਦ ਦਾ ਵਜ਼ੀਰ ਦੇਵੀ ਦਾਸ ਉਹਦਾ ਨਾਮ। ਤੇ ਭੀਮ ਚੰਦ ਰਾਜੇ ਨੂੰ ਪਤਾ ਲੱਗਿਆ ਵੀ ਇਹ ਬੜੀ ਉਸਤਤ ਕਰਦਾ ਗੁਰੂ ਕਲਗੀਧਰ ਦੀ। ਪਰ ਭੀਮ ਚੰਦ ਗੁਰੂ ਸਾਹਿਬ ਜੀ ਦੇ ਨਾਲ ਬਹੁਤ ਈਰਖਾ ਕਰਦਾ ਸੀ। ਤੇ ਕਹਿੰਦਾ, ਰਾਜੇ ਮਹਾਰਾਜੇ ਅਸੀਂ ਹਾਂ ਤੇ ਦੁਨੀਆ ਦੇ ਜਿੰਨੇ ਪਦਾਰਥ ਨੇ ਗੁਰੂ ਕਲਗੀਧਰ ਜੀ ਕੋਲੇ ਹੈ। ਉਹ ਤਾਂ ਗੁਰੂ ਨਾਨਕ ਦੀ ਗੁਰਤਾ ਗੱਦੀ ਦੇ ਮਾਲਕ ਨੇ, ਫਕੀਰਾਂ ਦੀ ਗੁਰਤਾ ਗੱਦੀ ਹੈ, ਪਰ ਉਹਨਾਂ ਦੇ ਕੋਲ ਇਹ ਰਾਜ ਸਾਜ ਵਾਲੀਆਂ ਚੀਜ਼ਾਂ। ਤੇ ਭੀਮ ਚੰਦ ਸਾਧ ਸਾਂਝੀ ਤਪਿਆ ਰਹਿੰਦਾ ਸੀ ਇਸੇ ਗੱਲਾਂ ਤੇ। ਉਹਨੇ ਕੀ ਕੀਤਾ, ਉਹਨੇ ਹੁਕਮ ਕੀਤਾ, ਕਹਿੰਦਾ ਵੀ ਇਸ ਮੇਰੇ ਵਜ਼ੀਰ ਦੀਆਂ ਅੱਖਾਂ ਦੇ ਵਿੱਚ ਲੋਹੇ ਦੀਆਂ ਗਰਮ ਕਰਕੇ ਸਲਾਈਆਂ ਫੇਰੋ, ਇਹਨੂੰ ਪਹਾੜ ਤੋਂ ਥੱਲੇ ਸੁੱਟੋ। ਤੇ ਸਾਧ ਸੰਗਤ, ਉਹ ਦੇਵੀ ਦਾਸ ਜਿਹਨੇ ਆਪਣੇ ਨੇਤਰਾਂ ਵਿੱਚ ਗੁਰੂ ਸਾਹਿਬ ਦੇ ਚਰਨ ਵਸਾਏ ਹੋਏ ਸੀ, ਉਹਨੂੰ ਜਦੋਂ ਉਹਦੀਆਂ ਅੱਖਾਂ 'ਚ ਗਰਮ ਸਲਾਈਆਂ ਫੇਰੀਆਂ, ਪਹਾੜੀ ਤੋਂ ਥੱਲੇ ਰੋੜਤਾ। ਤੇ ਗੁਰੂ ਪਿਆਰ ਵਾਲਿਓ, ਸਤਿਗੁਰੂ ਮਹਾਰਾਜ ਕਲਗੀਧਰ ਜੀ ਦੇ ਜਿੱਧਰ ਅਨੰਦਪੁਰ ਸਾਹਿਬ ਚਰਨਾਂ ਦੇ ਸੜਨ ਦੀ, ਮਾਸ ਦੇ ਸੜਨ ਦੀ ਦੁਰਗੰਧੀ ਆਉਣ ਲੱਗੀ। ਮਾਤਾ ਗੁਜਰੀ ਨੇ ਪੁੱਛਿਆ, ਪੁੱਤਰਾ ਸੜਨ ਦੀ ਦੁਰਗੰਧੀ ਕਿੱਧਰੋਂ ਆਉਂਦੀ ਹੈ? ਜਦੋਂ ਵੇਖਿਆ ਮਹਾਰਾਜ ਦੇ ਚਰਨਾਂ ਵਿੱਚੋਂ ਖੂਨ ਨਿਕਲ ਰਿਹਾ। ਪੁੱਛਿਆ ਵੀ ਇਹ ਕੀ ਗੱਲ ਹੈ? ਗੁਰੂ ਸਾਹਿਬ ਜੀ ਨੇ ਸਾਰੀ ਵਿਚਾਰ ਦੱਸੇ ਵੀ ਮਾਤਾ ਜੀ ਸਾਡਾ ਪ੍ਰੇਮੀ ਸਿੱਖ ਸੀ, ਉਹਦੀਆਂ ਅੱਖਾਂ ਦੇ ਵਿੱਚ ਸਲਾਈਆਂ ਗਰਮ ਕਰਕੇ ਫੇਰੀਆਂ ਜ਼ਾਲਮਾਂ ਨੇ, ਪਰ ਉਹਦੇ ਅੱਖਾਂ ਨੂੰ ਅਸੀਂ ਉਹ ਸੇਕ ਨਹੀਂ ਲੱਗਣ ਦਿੱਤਾ, ਆਪਣੇ ਚਰਨਾਂ 'ਤੇ ਸਹਾਰ ਲਿਆ, ਕਿਉਂਕਿ ਉਹਨੇ ਆਪਣੇ ਨੇਤਰਾਂ ਵਿੱਚ ਸਾਡੇ ਚਰਨ ਵਸਾਏ ਹੋਏ ਸੀ। ਤੇ ਇਹ ਇੱਧਰ ਕਿਰਿਆ ਵਾਪਰੀ। ਉੱਧਰ ਭੀਮ ਚੰਦ ਦਾ ਉਹ ਵਜ਼ੀਰ ਜਿਹੜੇ ਪਹਾੜੀ ਤੋਂ ਥੱਲੇ ਰੋੜਿਆ, ਉਹਨੂੰ ਕੁਝ ਨਹੀਂ ਹੋਇਆ। ਤੇ ਉਹਨੇ ਮਨ ਵਿੱਚ ਸ਼ੁਕਰਾਨਾ ਕੀਤਾ, ਕਹਿੰਦਾ ਵੀ ਹੁਣ ਤਾਂ ਗੁਰੂ ਦਾ ਦਰ ਹੀ ਹੈ ਜਿੱਥੇ ਜਾਣਾ ਚਾਹੀਦਾ ਮੈਨੂੰ। ਇਹਨਾਂ ਨੇ ਤਾਂ ਧੱਕਾ ਦੇਤਾ, ਹੁਣ ਮੈਂ ਗੁਰੂ ਘਰ ਜਾਣਾ, ਇੱਕੋ ਹੀ ਆਸਰਾ ਰਹਿ ਗਿਆ। ਆਇਆ ਮਹਾਰਾਜ ਦੇ ਚਰਨਾਂ ਵਿੱਚ, ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਪੱਟੀਆਂ ਕੀਤੀਆਂ ਹੋਈਆਂ। ਕਹਿੰਦਾ ਸੱਚੇ ਪਾਤਸ਼ਾਹ ਜੀ, ਆਉਣ ਸਾਰ ਹੀ ਪੁੱਛਿਆ, ਜਿਵੇਂ ਆਪਾਂ ਵੀ ਪੁੱਛ ਲੈਂਦੇ, ਜਿਹਦੇ ਨਾਲ ਪਿਆਰ ਪ੍ਰੇਮ ਹੋਵੇ, ਕੋਈ ਵਿਚਾਰਾ ਦੁਖੀ ਹੋਵੇ, ਆਪਾਂ ਨੂੰ ਪੁੱਛ ਲੈਂਦੇ ਵੀ ਕੀ ਗੱਲ ਹੈ, ਤੇਰੀ ਸਿਹਤ ਨਹੀਂ ਠੀਕ। ਆਉਣ ਸਾਰ ਹੀ ਕਹਿਣਾ ਮਹਾਰਾਜ, ਕਿਉਂਕਿ ਉਹਦਾ ਦਿਲ ਭਾਵੁਕ ਹੋ ਗਿਆ, ਮਹਾਰਾਜ ਦੇ ਚਰਨਾਂ 'ਤੇ ਪੱਟੀਆਂ ਵੇਖ ਨਹੀਂ ਸਕਿਆ ਵੀ ਮਹਾਰਾਜ ਨੂੰ ਕਿਉਂ ਸੱਟ ਲੱਗੀ। ਮਹਾਰਾਜਾ ਪੱਟੀਆਂ ਕਿਉਂ ਬੰਨੀਆਂ? ਗੁਰੂ ਸਾਹਿਬ ਜੀ ਕਹਿਣ ਲੱਗੇ, ਦੇਵੀ ਦਾਸ ਜੇ ਪੱਟੀਆਂ ਨਾ ਹੁੰਦੀਆਂ ਤਾਂ ਤੇਰੀਆਂ ਅੱਖਾਂ ਨਹੀਂ ਸੀ ਹੋਣੀਆਂ ਅੱਜ। ਇਹਨਾਂ ਪੱਟੀਆਂ ਕਰਕੇ ਤੇਰੀਆਂ ਅੱਖਾਂ ਨੇ, ਅੱਜ ਤੂੰ ਦੇਖ ਸਕਦਾ ਹੈ। ਜੇ ਚਰਨ ਸਾਡੇ ਨਾ ਸੜਦੇ ਤੇ ਤੇਰੀਆਂ ਅੱਖਾਂ ਸੜ ਜਾਣੀਆਂ ਸੀ। ਤੇ ਜਦੋਂ ਸਾਧ ਸਾਂਝੇ ਬਚਨ ਕਹੇ, ਇੰਨਾ ਰੋਇਆ ਚਰਨਾਂ 'ਤੇ ਡਿੱਗ ਕੇ, ਸਤਿਗੁਰੂ ਇਹ ਸਤਿਗੁਰੂ ਮੇਰਿਆ, ਤੇ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ, ਹਰ ਨਾਮੋ ਮੰਤਰ ਦ੍ਰਿੜਾਇਂਦਾ, ਕੱਟੇ ਹੋਮੈ ਰੋਗ, ਨਾਨਕ ਸਤਿਗੁਰੂ ਤਿਨਾ ਮਿਲਾਇਆ, ਜਿਹਨਾਂ ਧੁਰੇ ਪਿਆ ਸੰਜੋਗ। ਇਹ ਸੰਜੋਗ ਹੈ ਜਿਹੜੇ ਅਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਏ ਹਾਂ। ਮਾਈ ਚਰਨ ਗੁਰ ਮਿੱਠੇ,
ਵੱਡੇ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡਿਠੇ। ਇਹ ਗੁਰੂ ਦੇ ਚਰਨਾਂ ਦਾ ਜਿਹੜਾ ਪਿਆਰ ਹੈ, ਇਹ ਦੇਣ ਵਾਲਾ ਕੌਣ ਹੈ? ਪਰਮੇਸ਼ਰ ਦਿੰਦਾ। ਸਾਨੂੰ ਵੱਡਿਆਂ ਭਾਗਾਂ ਦੇ ਸਦਕਾ ਪਰਮੇਸ਼ਰ ਵਾਹਿਗੁਰੂ ਨੇ ਹੁਣ ਸਾਨੂੰ ਗੁਰੂ ਦੇ ਚਰਨਾਂ ਦੀ ਬਖਸ਼ਿਸ਼ ਕੀਤੀ ਹੈ, ਅਸੀਂ ਜੁੜੇ ਬੈਠੇ ਹਾਂ। ਕੋਟ ਫੱਲਾ ਦਰਸ਼ਨ ਗੁਰ ਡੀਠੇ, ਕਰੋੜਾਂ ਹੀ ਫਲ ਨੇ ਮਹਾਨ ਮਹਾਤਮ ਨੇ ਗੁਰੂ ਦੇ ਦਰਸ਼ਨਾਂ ਵਿੱਚ। ਰਹਾਉ ਗੁਣ ਗਾਵਤ ਅਚੁੱਤ ਅਬਨਾਸੀ, ਕਾਮ ਕ੍ਰੋਧ ਬਿਨਸੇ ਮਦ ਢੀਠੇ। ਅਸਥਾਈ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ, ਗੁਣ ਗਾਵਤ ਅਚੁੱਤ ਅਬਨਾਸੀ, ਉਸ ਅਚੁੱਤ ਅਬਨਾਸੀ ਦੇ ਅਕਾਲ ਪੁਰਖ ਦੇ ਗੁਣ ਗਾ ਕੇ ਨਾ, ਕਾਮ ਕ੍ਰੋਧ ਜਿਹੜੇ ਬੜੇ ਢੀਠ ਨੇ, ਇਹ ਬਹੁਤ ਢੀਠ ਬਕਾਰ ਨੇ, ਇਹ ਛੱਡਣ ਦਾ ਨਾਂ ਨਹੀਂ ਲੈਂਦੇ, ਪਰ ਇਹ ਵੀ ਬਿਨਸੇ ਵੀ ਖਤਮ ਹੋ ਜਾਂਦੇ ਆ ਜਦੋਂ ਗੁਣ ਗਾਏ ਜਾਣ ਰੱਬ ਦੇ। ਅਸਥਿਰ ਭਏ ਸਾਚ ਰੰਗ ਰਾਤੇ, ਜਨਮ ਮਰਨ ਬਹੁਰ ਨਹੀਂ ਪੀਠੇ। ਉਹ ਸਥਿਰ ਹੋ ਕੇ ਸੱਚੇ ਦੇ ਰੰਗ ਵਿੱਚ ਜਿਹੜੇ ਰੱਤੇ ਆ, ਜਨਮ ਮਰਨ ਫਿਰ ਜੰਮਣ ਮਰਨ ਵਿੱਚ ਬਹੁਰ ਨਹੀਂ ਪੀਠੇ। ਪੀਠੇ ਦਾ ਮਤਲਬ ਪੀਹੇ ਜਾਂਦੇ, ਮੁੜ ਕੇ ਉਹ ਫਿਰ ਪੀਹੇ ਨਹੀਂ ਜਾਂਦੇ। ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਪੈ ਕੇ ਫਿਰ ਉਹ ਪੀਸੇ ਨਹੀਂ ਜਾਂਦੇ, ਬਚ ਜਾਂਦੇ ਨੇ। ਜਿਹੜੇ ਕਹਿੰਦੇ ਦਾਣੇ ਕੀਲੀ ਨਾਲ ਲੱਗੇ ਰਹਿ ਜਾਣ, ਉਹ ਬਚ ਜਾਂਦੇ ਨੇ, ਅਤੇ ਜਿਹੜੇ ਦਾਣੇ ਗੇੜ 'ਚ ਆ ਜਾਣ ਫਿਰ ਉਹ ਪੀਠੇ ਜਾਂਦੇ ਨੇ। ਕੀਲੀ ਹੈ ਇੱਕ ਅਕਾਲ ਪੁਰਖ ਵਾਹਿਗੁਰੂ, ਉਹਦੇ ਲੜ ਲੱਗਣਾ ਅਤੇ ਬਚਾਅ ਹੋ ਜਾਵੇਗਾ। ਮਿਨ ਹਰਿ ਭਜਨ ਰੰਗ ਰਸ ਜੀਤੇ, ਸੰਤ ਦਿਆਲ ਜਾਣੇ ਸਭ ਝੂਠੇ। ਬਿਨਾਂ ਵਾਹਿਗੁਰੂ ਦੇ ਭਜਨ ਤੋਂ ਜਿੰਨੇ ਵੀ ਆ ਮਾਇਆ ਦੇ ਰੰਗ ਨੇ, ਜਿਹੜੇ ਸਾਨੂੰ ਲੁਭਾਏਮਾਨ ਕਰਦੇ ਆ, ਜਿੰਨੇ ਵੀ ਆ ਰਸ ਨੇ ਜਿਨ੍ਹਾਂ ਦੇ ਲਈ ਸਾਡੀ ਜੀਭਾ ਟਪਕਦੀ ਰਹਿੰਦੀ ਹੈ, ਇਹ ਸਾਰਾ ਕੁਝ ਰੱਬ ਦੇ ਪਿਆਰਿਆਂ ਨੇ ਝੂਠਾ ਹੀ ਜਾਣਿਆ ਹੋਇਆ। ਕਹਿੰਦੇ ਕੁਛ ਵੀ ਨਹੀਂ ਇਹਦੇ ਵਿੱਚ। ਉਹਨਾਂ ਨੇ ਕੀ ਕੀਤਾ ਫਿਰ? ਨਾਮ ਰਤਨ ਪਾਇਓ ਜਨ ਨਾਨਕ। ਉਹਨਾਂ ਨੇ ਨਾਮ ਰਤਨ ਪਾ ਲਿਆ। ਨਾਮ ਬਿਹੂਨ ਚੱਲੇ ਸਭ ਮੂਠੇ। ਨਾਮ ਤੋਂ ਬਗੈਰ ਤਾਂ ਦੁਨੀਆ ਲੁਟਾ ਕੇ ਆਪਣੇ ਸਵਾਸਾਂ ਦੇ ਖਜ਼ਾਨੇ ਨੂੰ ਤੁਰ ਗਈ। ਤੁਰੇ ਜਾ ਰਹੇ ਨੇ ਲੋਕ, ਨਾਮ ਤੋਂ ਬਗੈਰ ਆਪਣੇ ਆਪ ਨੂੰ ਲੁਟਾਈ ਜਾ ਰਹੇ ਨੇ। ਰੋਜ਼ ਲੁਟਾਈ ਜਾਂਦੇ ਆਪਣੇ ਸਵਾਸਾਂ ਨੂੰ, ਮਾੜਿਆਂ ਕਰਮਾਂ ਵਿੱਚ, ਮਾੜੀਆਂ ਚਿਤਵਨੀਆਂ ਵਿੱਚ। ਪਰ ਨਾਮ ਰਤਨ ਨੂੰ ਜਿਨ੍ਹਾਂ ਨੇ ਪ੍ਰਾਪਤ ਕੀਤਾ, ਉਹ ਮਹਾਰਾਜ ਕਹਿੰਦੇ ਭਾਗਾਂ ਵਾਲੇ ਨੇ। ਉਹਨਾਂ ਨੇ ਭਾਈ ਗੁਰੂ ਦੇ ਚਰਨਾਂ ਨੂੰ ਮਿੱਠਾ ਕਰਕੇ ਜਾਣਿਆ। ਇੱਥੇ ਤੱਕ 27 ਸ਼ਬਦ ਗੁਰੂ ਸਾਹਿਬ ਜੀ ਦੇ ਸਾਧ ਜੀ ਹੋ ਚੁੱਕੇ ਨੇ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਬਿਨ ਹਰ ਭਜਨ ਰੰਗ ਰਸ ਜੀਤੇ, ਸੰਤ ਦਿਆਲ ਜਾਣੇ ਸਭ ਝੂਠੇ। ਨਾਮ ਰਤਨ ਪਾਇਓ ਜਨ ਨਾਨਕ, ਨਾਮ ਬਿਹੂਨ ਚੱਲੇ ਸਭ ਮੂਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।